ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਪਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 250 ਏਅਰਬਸ ਜਹਾਜ਼ਾਂ ਤੋਂ ਬਾਅਦ 220 ਬੋਇੰਗ ਜਹਾਜ਼ ਖਰੀਦੇਗੀ ਏਅਰ ਇੰਡੀਆ। ਬਾਈਡਨ ਬੋਲੇ ਇਤਿਹਾਸਕ ਸਮਝੌਤਾ। ਏਅਰ ਇੰਡੀਆ ਬੋਇੰਗ ਦੇ ਇਤਿਹਾਸਕ ਸਮਝੌਤੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਈਡਨ ਨੇ ਕੀਤੀ ਫੋਨ ਤੇ ਗੱਲਬਾਤ। ਜਾਸੂਸੀ ਗੁਬਾਰੇ ਦੇ ਮਲਬੇ ਤੋਂ ਖੁੱਲੀ ਚਾਈਨਾ ਦੀ ਪੋਲ। ਅਮਰੀਕਾ ਨੇ ਕੀਤੇ ਹੈਰਾਨ ਕਰਨ ਵਾਲੇ ਦਾਅਵੇ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਲੜ ਸਕਦੇ ਨੇ 2024 ਦੀ ਅਮਰੀਕਾ ਦੀ ਰਾਸ਼ਟਰਪਤੀ ਚੋਣ। ਭਾਰਤੀ ਮੂਲ ਦੇ ਨਿੱਕੀ ਹੈਲੀ ਵੀ ਲੜਨਗੇ ਅਮਰੀਕੀ ਰਾਸ਼ਟਰਪਤੀ ਚੋਣ। ਅਮਰੀਕਾ 'ਚ ਕਬਾੜਖਾਨੇ 'ਚੋਂ ਮਿਲੀ ਛਤਰਪਤੀ ਸ਼ਿਵਾਜੀ ਦੀ ਲਾਪਤਾ ਮੂਰਤੀ। ਰਿਵਰ ਪਾਰਕ 'ਚ ਹੋਈ ਸੀ ਚੋਰੀ। ਦੁਖਦਾਈ ਖਬਰ, ਸੁਨਹਿਰੀ ਭਵਿੱਖ ਦੇ ਲਈ 1 ਮਹੀਨਾ ਪਹਿਲਾਂ ਕੈਨੇਡਾ ਗਏ 27 ਸਾਲਾ ਭਾਰਤੀ ਗੱਭਰੂ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਭਾਰਤ ਦੀ ਨਿੱਜੀ ਖੇਤਰ ਦੀ ਏਅਰਲਾਈਨ ਏਅਰ ਇੰਡੀਆ 34 ਅਰਬ ਡਾਲਰ ਦੇ ਸੌਦੇ 'ਚ ਬੋਇੰਗ ਦੇ 220 ਜਹਾਜ਼ ਖਰੀਦੇਗੀ। 70 ਹੋਰ ਜਹਾਜ਼ ਖਰੀਦਣ ਦਾ ਵੀ ਵਿਕਲਪ ਹੋਏਗਾ। ਇਸ ਨਾਲ ਸੌਦੇ ਦੀ ਕੁੱਲ ਕੀਮਤ 45.9 ਬਿਲੀਅਨ ਡਾਲਰ ਤੱਕ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਸੌਦੇ ਨੂੰ ਇਤਿਹਾਸਕ ਸਮਝੌਤਾ ਦੱਸਿਆ ਹੈ। ਮੰਗਲਵਾਰ ਨੂੰ ਬੋਇੰਗ ਏਅਰ ਇੰਡੀਆ ਸੌਦੇ ਦਾ ਐਲਾਨ ਕਰਦਿਆਂ ਬਾਈਡਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਉਹ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰ ਰਹੇ ਨੇ। ਵਾਈਟ ਹਾਊਸ ਦੀ ਘੋਸ਼ਣਾ ਦੇ ਅਨੁਸਾਰ ਬੋਇੰਗ ਅਤੇ ਏਅਰ ਇੰਡੀਆ ਇੱਕ ਸਮਝੌਤੇ ਤੇ ਪਹੁੰਚ ਗਏ ਨੇ ਜਿਸ ਦੇ ਤਹਿਤ ਏਅਰਲਾਈਨ ਕੁੱਲ 220 ਜਹਾਜ਼ ਖਰੀਦੇਗੀ। ਇਹਨਾਂ ਵਿੱਚ 190 B 737 ਮੈਕਸ B 787 ਅਤੇ 10 B 777X ਏਅਰਕ੍ਰਾਫਟ ਸ਼ਾਮਲ ਨੇ। ਇਹ ਸੌਦਾ 34 ਬਿਲੀਅਨ ਡਾਲਰ ਦਾ ਹੈ। ਇਸ ਸੌਦੇ ਦੇ ਵਿੱਚ ਵਾਧੂ 50 ਬੋਇੰਗ 737 ਮੈਕਸ ਅਤੇ 20 ਬੋਇੰਗ 787 ਜਹਾਜ਼ ਖਰੀਦਣ ਦਾ ਵਿਕਲਪ ਸ਼ਾਮਲ ਹੈ। ਇਸ ਤਰ੍ਹਾਂ 290 ਜਹਾਜ਼ਾਂ ਦਾ ਕੁੱਲ ਸੌਦਾ 45.9 ਬਿਲੀਅਨ ਡਾਲਰ ਹੋਏਗਾ। ਬਾਈਡਨ ਨੇ ਕਿਹਾ, ਮੈਨੂੰ ਅੱਜ ਏਅਰ ਇੰਡੀਆ ਤੇ ਬੋਇੰਗ ਵਿਚਕਾਰ 200 ਤੋਂ ਜ਼ਿਆਦਾ ਅਮਰੀਕਾ ਦੇ ਬਣੇ ਜਹਾਜ਼ਾਂ ਦੀ ਡਿਲੀਵਰੀ ਕਰਨ ਦੇ ਲਈ ਇਤਿਹਾਸਕ ਸਮਝੌਤੇ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਜਹਾਜ਼ਾਂ ਦੀ ਗਿਣਤੀ ਦੇ ਲਿਹਾਜ਼ ਦੇ ਨਾਲ ਇਹ ਸਭ ਤੋਂ ਵੱਡਾ ਤੇ ਦੂਜਾ ਸਭ ਤੋਂ ਵੱਡਾ ਸੌਦਾ ਹੈ। ਬਾਈਡਨ ਨੇ ਕਿਹਾ ਕਿ ਇਸ ਖਰੀਦ ਦੇ ਨਾਲ 44 ਰਾਜਾਂ ਵਿੱਚ ਅਮਰੀਕੀਆਂ ਲਈ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਹਨਾਂ 'ਚੋਂ ਬਹੁਤ ਸਾਰੀਆਂ ਨੌਕਰੀਆਂ ਦੇ ਲਈ ਕਾਲਜ ਦੀ ਡਿਗਰੀ ਦੀ ਲੋੜ ਨਹੀਂ ਹੋਏਗੀ। ਉਹਨਾਂ ਨੇ ਕਿਹਾ ਕਿ ਇਹ ਐਲਾਨ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੈਂ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦਾ ਹਾਂ। ਅਸੀਂ ਆਪਣੇ ਨਾਗਰਿਕਾਂ ਦੇ ਲਈ ਵਧੇਰੇ ਖੁਸ਼ਹਾਲ ਭਵਿੱਖ ਬਣਾਉਣ ਦੇ ਲਈ ਸਾਂਝੀਆਂ ਗਲੋਬਲ ਚੁਣੌਤੀਆਂ ਨੂੰ ਹੱਲ ਕਰਨਾ ਜਾਰੀ ਰੱਖਾਂਗੇ। ਇਸ ਸੌਦੇ ਦਾ ਐਲਾਨ ਪਿਛਲੇ ਮਹੀਨੇ US ਇੰਡੀਆ ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀ ਦੀ ਸ਼ੁਰੂਆਤ ਤੋਂ ਬਾਅਦ ਹੋਇਆ ਹੈ। ਇਸ ਪਹਿਲ ਕਦਮੀ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਕਾਰੋਬਾਰਾਂ ਅਤੇ ਯੂਨੀਵਰਸਿਟੀਜ਼ ਦੇ ਵਿਚਕਾਰ ਰਣਨੀਤਿਕ ਟੈਕਨੋਲੋਜੀ ਭਾਈਵਾਲੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣਾ ਹੈ। ਬਾਈਡਨ ਅਤੇ ਮੋਦੀ ਨੇ ਮਈ 2022 ਦੇ ਵਿੱਚ ICET ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਦੋਨਾਂ ਨੇ ਆਪਸ 'ਚ ਫੋਨ ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਮਰੀਕਾ ਦੀ ਵੱਧ ਰਹੀ ਵਿਆਪਕ ਗਲੋਬਲ ਰਣਨੀਤਿਕ ਸਾਂਝੇਦਾਰੀ ਤੇ ਤਸੱਲੀ ਪ੍ਰਗਟਾਈ ਹੈ। ਏਅਰ ਇੰਡੀਆ ਅਤੇ ਬੋਇੰਗ ਸੌਦੇ ਨੂੰ ਇਤਿਹਾਸਕ ਦੱਸਦਿਆਂ ਮੋਦੀ ਅਤੇ ਬਾਈਡਨ ਨੇ ਇਸ ਨੂੰ ਆਪਸੀ ਲਾਹੇਵੰਦ ਸਹਿਯੋਗ ਦੀ ਸ਼ਾਨਦਾਰ ਉਦਾਹਰਣ ਵਜੋਂ ਦੱਸਿਆ ਜਿਸ ਦੇ ਸਿੱਟੇ ਵਜੋਂ ਦੋਵਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਗੱਲਬਾਤ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਪੁਲਾੜ, ਸੈਮੀਕੰਡਕਟਰ ਸਪਲਾਈ ਚੇਨ, ਰੱਖਿਆ ਸਹਿ ਉਤਪਾਦਨ ਅਤੇ ਸਹਿ ਵਿਕਾਸ ਸਮੇਤ ਕਈ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ 'ਚ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ,
ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਭਾਰਤ ਅਮਰੀਕਾ ਵਿਆਪਕ ਅਤੇ ਗਲੋਬਲ ਭਾਈਵਾਲੇ ਨੂੰ ਹੋਰ ਡੂੰਘਾ ਕਰਨ ਦੇ ਲਈ ਚੱਲ ਰਹੇ ਅਤੇ ਨਵੀਆਂ ਪਹਿਲ ਕਦਮੀਆਂ ਦੀ ਸਮੀਖਿਆ ਕਰਨ ਦੇ ਲਈ ਸ਼ਾਨਦਾਰ ਚਰਚਾ। ਅਸੀਂ ਇਤਿਹਾਸਕ ਏਅਰ ਇੰਡੀਆ ਅਤੇ ਬੋਇੰਗ ਸਮਝੌਤੇ ਦਾ ਸਵਾਗਤ ਕਰਦੇ ਹਾਂ ਜੋ ਦੋਵਾਂ ਦੇਸ਼ਾਂ ਦੇ ਵਿੱਚ ਨਵਾਂ ਮੌਕਾ ਪੈਦਾ ਕਰਨ 'ਚ ਮਦਦ ਕਰੇਗਾ। ਇਸ ਤੋਂ ਪਹਿਲਾਂ ਪੀਐਮਓ ਨੇ ਕਿਹਾ ਕਿ ਮੋਦੀ ਅਤੇ ਬਾਈਡਨ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਸਾਂਝੇਦਾਰੀ ਦੇ ਡੂੰਘੇ ਹੋਣ ਤੇ ਤਸੱਲੀ ਪ੍ਰਗਟ ਕੀਤੀ, ਜਿਸ ਤੇ ਨਤੀਜੇ ਵਜੋਂ ਸਾਰੇ ਖੇਤਰਾਂ ਵਿੱਚ ਮਜ਼ਬੂਤ ਵਾਧਾ ਹੋਇਆ ਹੈ। ਪੀਐਮਓ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਏਅਰ ਇੰਡੀਆ ਅਤੇ ਬੋਇੰਗ ਵਿਚਕਾਰ ਇਤਿਹਾਸਕ ਸਮਝੌਤੇ ਦੀ ਘੋਸ਼ਣਾ ਦਾ ਸਵਾਗਤ ਕਰਦਿਆਂ ਇਸ ਨੂੰ ਆਪਸੀ ਲਾਭਕਾਰੀ ਸਹਿਯੋਗ ਦੀ ਚਮਕਦਾਰ ਉਦਾਹਰਣ ਦੱਸਿਆ ਜੋ ਦੋਵਾਂ ਦੇਸ਼ਾਂ ਦੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ 'ਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਬੋਇੰਗ ਅਤੇ ਹੋਰ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਵੱਧ ਰਹੇ ਸ਼ਹਿਰੀ ਹਵਾਬਾਜ਼ੀ ਖੇਤਰ ਦੁਆਰਾ ਪੈਦਾ ਹੋਏ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਪੀਐਮਓ ਦੇ ਅਨੁਸਾਰ ਦੋਵਾਂ ਨੇਤਾਵਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਹਾਲ ਹੀ 'ਚ ਆਯੋਜਿਤ ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀ ਦੀ ਪਹਿਲੀ ਬੈਠਕ ਦਾ ਸਵਾਗਤ ਕੀਤਾ ਅਤੇ ਪੁਲਾੜ, ਅਰਧ ਸੰਚਾਲਨ, ਸਪਲਾਈ ਚੇਨ, ਰੱਖਿਆ, ਸਹਿ ਉਤਪਾਦਨ ਅਤੇ ਸਹਿ ਵਿਕਾਸ ਤੇ ਗਿਆਨ ਅਤੇ ਇਨੋਵੇਸ਼ਨ ਇਕੋਸਿਸਟਮ 'ਚ ਸਹਿਯੋਗ ਨੂੰ ਦਬੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਡੂੰਘੀ ਇੱਛਾ ਪ੍ਰਗਟਾਈ। ਪੀਐਮਓ ਨੇ ਕਿਹਾ ਉਹ ਦੋਵਾਂ ਦੇਸ਼ਾਂ ਦੇ ਲੋਕਾਂ 'ਚ ਜੀਵੰਤ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਸਹਿਮਤ ਹੋਏ ਜੋ ਪਰੰਪਰਿਕ ਰੂਪ ਤੋਂ ਲਾਭਦਾਇਕ ਰਹੇ ਨੇ। ਦੋਵਾਂ ਨੇਤਾਵਾਂ ਨੇ G20 ਦੀ ਸਫਲਤਾ ਨੂੰ ਯਕੀਨੀ ਬਣਾਉਣ ਦੇ ਲਈ ਭਾਰਤ ਦੀ ਮੌਜੂਦਾ ਪ੍ਰਧਾਨਗੀ ਦੌਰਾਨ ਸੰਪਰਕ 'ਚ ਰਹਿਣ ਤੇ ਵੀ ਸਹਿਮਤੀ ਜਤਾਈ। ਚਾਈਨਾ ਦੇ ਜਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਨੇ ਵੱਡਾ ਖੁਲਾਸਾ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ 'ਚ ਡਿੱਗੇ ਗਏ ਚਾਈਨਾ ਦੇ ਪਹਿਲੇ ਸ਼ੱਕੀ ਜਸੂਸੀ ਗੁਬਾਰੇ ਦਾ ਮਲਬਾ ਅਟਲਾਂਟਿਕ ਮਹਾਸਾਗਰ ਤੋਂ ਬਰਾਮਦ ਹੋਇਆ ਹੈ। ਜਸੂਸੀ ਵਿੱਚ ਵਰਤੇ ਜਾਣ ਵਾਲੇ ਇਲੈਕਟ੍ਰੋਨਿਕ ਸੈਂਸਰ ਇਸ ਮਲਬੇ 'ਚ ਸ਼ਾਮਲ ਨੇ। ਅਮਰੀਕੀ ਫੌਜ ਦੀ ਉੱਤਰੀ ਕਮਾਂਡ ਨੇ ਕਿਹਾ ਕਿ ਖੋਜੀ ਟੀਮ ਨੂੰ ਮੌਕੇ ਤੋਂ ਗੁਬਾਰੇ ਦਾ ਮਹੱਤਵਪੂਰਨ ਮਲਬਾ ਮਿਲਿਆ ਜਿਸ ਵਿੱਚ ਸੈਂਸਰ ਅਤੇ ਇਲੈਕਟ੍ਰੋਨਿਕ ਟੁਕੜੇ ਨੇ। BBC ਦੀ ਅਮਰੀਕੀ ਸਹਿਯੋਗੀ CBS ਨੇ ਕਿਹਾ ਕਿ ਮਲਬੇ ਤੋਂ ਪ੍ਰਾਪਤ ਵਸਤੂਆਂ 'ਚ ਲਗਭਗ 30-40 ਫੁੱਟ ਦਾ ਐਂਟੀਨਾ ਵੀ ਸ਼ਾਮਲ ਹੈ। ਸੰਘੀ ਜਾਂਚ ਬਿਊਰੋ ਉਹਨਾਂ ਵਸਤੂਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਬਾਰੇ ਅਮਰੀਕਾ ਨੇ ਕਿਹਾ ਸੀਗਾ ਕਿ ਇਹਨਾਂ ਦੀ ਵਰਤੋਂ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਜਸੂਸੀ ਕਰਨ ਦੇ ਲਈ ਕੀਤੀ ਗਈ ਸੀ। ਅਮਰੀਕਾ ਨੇ 4 ਫਰਵਰੀ ਨੂੰ ਪਹਿਲਾਂ ਗੁਬਾਰਾ ਡੇਗਿਆ ਜਿਸ ਤੋਂ ਬਾਅਦ ਹੁਣ ਤੱਕ 3 ਹੋਰ ਵਸਤੂਆਂ ਨੂੰ ਡੇਗਿਆ ਜਾ ਚੁੱਕਾ ਹੈ। ਚਾਈਨਾ ਨੇ ਪਿਛਲੇ ਦਿਨੀ ਇਸ ਵਿਸ਼ਾਲ ਗੁਬਾਰੇ ਨੂੰ ਡੇਗ ਦਿੱਤਾ ਸੀਗਾ ਤੇ ਦਾਅਵਾ ਕੀਤਾ ਸੀਗਾ ਕਿ ਇਸ ਗੁਬਾਰੇ ਦੀ ਵਰਤੋਂ ਮੌਸਮ ਦੇ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਂਦੀ ਸੀ। ਅਮਰੀਕਾ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਚੀਨ ਜਸੂਸੀ ਗੁਬਾਰਿਆਂ ਦੀ ਮਦਦ ਦੇ ਨਾਲ ਕਈ ਦੇਸ਼ਾਂ ਦੀ ਜਸੂਸੀ ਕਰ ਰਿਹਾ ਹੈ। FBI ਗੁਬਾਰੇ ਦੇ ਮਲਬੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਇਹ ਕੀ ਕਰਨ ਦੇ ਯੋਗ ਸੀ। ਦੱਸ ਦਈਏ ਕਿ ਅਮਰੀਕਾ, ਕੈਨੇਡਾ ਤੇ ਲੈਟਿਨ ਅਮਰੀਕਾ ਦੇ ਹਵਾਈ ਖੇਤਰ 'ਚ ਚੀਨ ਦਾ ਸ਼ੱਕੀ ਜਸੂਸੀ ਗੁਬਾਰਾ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਹੜਕੰਪ ਮਚਿਆ ਹੋਇਆ ਹੈ। ਅਮਰੀਕਾ ਦੇ ਮੋਂਟਾਨਾ ਸੂਬੇ ਦੇ ਉੱਪਰ ਦੇਖੇ ਗਏ ਗੁਬਾਰੇ ਦਾ ਆਕਾਰ 3 ਬੱਸਾਂ ਦੇ ਬਰਾਬਰ ਸੀ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਸੀਗਾ ਕਿ ਇਸ ਜਸੂਸੀ ਗੁਬਾਰੇ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ, ਪਰ ਫਿਰ ਵੀ ਅਮਰੀਕੀ ਹਵਾਈ ਖੇਤਰ 'ਚ ਦਿਖਾਈ ਦੇਣ ਵਾਲੇ ਇਸ ਗੁਬਾਰੇ ਨੂੰ ਪਿਛਲੇ ਕੁਝ ਦਿਨਾਂ ਤੋਂ ਟਰੈਕ ਕੀਤਾ ਜਾ ਰਿਹਾ ਸੀ। ਅਮਰੀਕੀ ਫੌਜੀ ਜਹਾਜ਼ਾਂ ਰਾਹੀਂ ਵੀ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ 2024 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਨੇ। ਜੇਕਰ ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਚੋਣ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਨੇ ਤਾਂ ਭਾਰਤੀ ਮੂਲ ਦੇ 2 ਲੋਕ ਇਸ ਦੌੜ ਵਿੱਚ ਸ਼ਾਮਲ ਹੋਣਗੇ। ਦੱਸ ਦਈਏ ਕਿ ਭਾਰਤੀ ਮੂਲ ਦੇ ਨਿੱਕੀ ਹੈਲੀ ਨੇ ਵੀ 2024 ਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਬੁੱਧਵਾਰ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਵਿਵੇਕ ਰਾਮਾਸਵਾਮੀ ਇੱਕ ਕਰੋੜਪਤੀ ਕਾਰੋਬਾਰੀ ਨੇ ਅਤੇ ਮੌਜੂਦਾ ਸਮੇਂ 'ਚ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣ ਲੜਨ ਦੀਆਂ ਆਪਣੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੇ ਨੇ। ਅਮਰੀਕੀ ਸੂਬੇ ਆਇਓਵਾ 'ਚ ਉਹ ਇਸ ਸੰਬੰਧੀ ਪ੍ਰੋਗਰਾਮ ਆਯੋਜਿਤ ਕਰਨਗੇ। ਰਾਮਾਸਵਾਮੀ ਨੇ ਕਿਹਾ ਕਿ ਉਹ ਇਸ ਬਾਰੇ ਗੰਭੀਰਤਾ ਦੇ ਨਾਲ ਸੋਚ ਰਹੇ ਨੇ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ ਤੇ ਧਿਆਨ ਦੇ ਰਹੇ ਨੇ। ਦੱਸ ਦਈਏ ਕਿ ਵਿਵੇਕ ਰਾਮਾਸਵਾਮੀ ਦੇ ਪਿਤਾ ਜਨਰਲ ਇਲੈਕਟ੍ਰਿਕ ਇੰਜੀਨੀਅਰ ਸਨ ਅਤੇ ਭਾਰਤ ਤੋਂ ਅਮਰੀਕਾ ਆਏ ਸਨ। ਰਾਮਾਸਵਾਮੀ ਦੀ ਮਾਂ ਮਨੋਵਿਗਿਆਨੀ ਸੀ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਸਿਨਸਿਨਾਟੀ ਵਿੱਚ ਹੋਇਆ ਸੀ। ਹਾਰਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹੇ। ਵਿਵੇਕ ਰਾਮਾਸਵਾਮੀ ਦੀ ਜਾਇਦਾਦ $50 ਕਰੋੜ ਦੇ ਕਰੀਬ ਹੈ। ਵਿਵੇਕ ਰਾਮਾਸਵਾਮੀ ਇੱਕ ਬਾਇਓਟੈਕ ਕੰਪਨੀ ਦੇ ਮਾਲਕ ਨੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਵੀ ਅਮਰੀਕੀ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫੀਰ ਨਿੱਕੀ ਹੈਲੀ ਨੇ ਰਾਸ਼ਟਰਪਤੀ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਦੀ ਆਪਣੀ ਉਮੀਦਵਾਰੀ ਦਾ
ਐਲਾਨ ਤਾਂ ਕਰ ਦਿੱਤਾ ਹੈ ਤੇ ਉਹ 2024 ਦੇ ਲਈ ਰਿਪਬਲਿਕ ਨਾਮਜ਼ਦਗੀ ਦੇ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣਗੇ। ਉਧਰ ਭਾਰਤੀ ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਮੈਦਾਨ 'ਚ ਉਤਰਨ ਦੀ ਤਿਆਰੀ ਕਰ ਰਹੇ ਨੇ। ਕਰੀਬ 2 ਸਾਲ ਪਹਿਲਾਂ ਨਿੱਕੀ ਹੈਲੀ ਨੇ ਕਿਹਾ ਸੀਗਾ ਕਿ ਉਹ ਵਾਈਟ ਹਾਊਸ ਦੀ ਦੌੜ ਦੇ ਲਈ ਆਪਣੇ ਸਾਬਕਾ ਬੌਸ ਟਰੰਪ ਨੂੰ ਚੁਣੌਤੀ ਦੇਣਗੇ, ਪਰ ਪਿਛਲੇ ਕੁਝ ਮਹੀਨਿਆਂ 'ਚ ਉਹਨਾਂ ਨੇ ਆਪਣੀ ਯੋਜਨਾ ਬਦਲ ਲਈ। ਉਹਨਾਂ ਨੇ ਕਿਹਾ ਕਿ ਉਹ ਦੇਸ਼ ਦੀ ਮਾੜੀ ਆਰਥਿਕਤਾ ਤੇ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕਰਨਗੇ। ਨਿੱਕੀ ਹੈਲੀ ਪਹਿਲੇ ਰਿਪਬਲਿਕਨ ਬਣ ਗਏ ਨੇ ਜੋ ਆਉਂਦੇ ਮਹੀਨਿਆਂ 'ਚ ਰਾਸ਼ਟਰਪਤੀ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ। मराठा शासक छत्रपति शिवाजी महाराज की एक मूर्ति मिली है जो पिछले महीने अमेरिका के कैलीफोर्निया के सैन जॉस शहर के एक पार्क चों गायब हो गई सी। अमेरिका के उत्तरी हिस्से में शिवाजी की इको एक मूर्ति है। मीडिया रिपोर्टों के मुताबिक ये मूर्ति 1999 च पुणे तो शहर को तोहफे च दी गई सी, जो 31 जनवरी को ग्वाडालुपे रिवर पार्क चों चोरी हो गई सी। इस मूर्ति का भार लगभग 200 किलो है। इस मूर्ति ते शिवाजी महाराज को घोड़े ते तलवार फड़ी दिखाया गया है। मरकरी न्यूज़ की रिपोर्ट के मुताबिक 17वीं सदी के शासक की 440 पाउंड की मूर्ति पिछले हफ्ते तंग ताई समूह की लॉबी च सोडा मशीन के नाल मिली सी, जो डाउनटाउन के उत्तर में सन हॉज मैटल सैक्रोआर्ड्स है। मूर्ति के बारे सूचना मिलने तो बाद 2 पुलिस अधिकारियों ते 2 जसूस कबाड़खाने ते गए ते उसके मुलाजमां तो पुछगिछ की गई। पुलिस ने मूर्ति का पता लगाने तो बाद इसनूं बरामद कर लिया ते स्क्रैप गोदाम के कर्मचारियों तो पुछगिछ की। हालांकि इस संबंध में कोई गिरफ्तारी नहीं हुई। सन हॉज के मेयर मैट मोहन ने खबरों च कहा कि मूर्ति साडे भारतीय भाईचारे के लिए बहुत महत्व रखती है, जो साडे सांझे मान का प्रतीक है अते शिवाजी प्रति सम्मान है। शिवाजी की यह मूर्ति 31 जनवरी को पार्क चों चोरी हो गई सी। चोरां ने घोड़े के खुर तो मूर्ति कट के अलग कर दी सी। फिलहाल पुलिस ने कबाड़खाने चों मूर्ति बरामद की है। इस दे नाल इस मामले में कबाड़खाने के मुलाजमां तो भी पुछगिछ की जा रही है, पर अजे तक कोई गिरफ्तारी नहीं हुई। सुनहरी भविख के लिए महज 1 महीना पहला ही स्टूडेंट वीज़ा ते कनेडा आए 27 साल भारतीय नौजवान की भेद भरे हालातों च मौत होने की मंदभागी खबर सामने आई है। गो फंडमी पेज के मुताबिक 27 साल सुहार्द दत्त शर्मा अंतरराष्ट्रीय विद्यार्थी के तौर पर कनेडा के जॉर्जिया कॉलेज में पढ़न लिए आया सी। सुहार्द नूं 2 वार की रिफ्यूजल तो बाद वीज़ा मिलिया सी अते वीज़ा मिलन तो बाद वो बहुत खुश सी। सुहार्द की अचानक हुई मौत नाल उसका परिवार डूंघे सदमे च है। उत्थे सुहार्द की लाश नूं भारत भेजण दे लई गो फंडमी पेज से फंड इकट्ठा किया जा रहा है। दसणयोग है कि कुछ दिन पहला ही इस तरह के खबर सामने आई सी, जदों भारत तो 1 महीना पहला ही कनेडा आई 20 साल खुशनीत कौर नां दी लड़की वालों खुदकुशी कर ली गई सी। खुशनीत कौर भारत के उत्तर प्रदेश नाल संबंधित सी अते कनेडा विच पंजाबियों के गढ़ ब्रैम्पटन च रह रही सी। न्यूयॉर्क विच एक ट्रक पैदल जा रहे लोगों उपर चढ़न उपरंत हफड़ा दफड़ी वाला माहौल बन गया, जदों कि इस घटना 8 लोग जख्मी हुए हैं, जिन्हां चों 2 की हालत बेहद गंभीर है। ये जानकारी न्यूयॉर्क के फायर विभाग के एक अधिकारी ने दी। न्यूयॉर्क पुलिस विभाग ने कहा कि यह घटना सनसेट पार्क ब्रुकलिन विच सवेरे उस वेले वापरी जदों ट्रक ड्राइवर पुलिस तो बचण के यतन च ट्रक का संतुलन गवा बैठा, जो पैदल जा रहे लोगों उपर जा चढ़िया। पुलिस ने पिछा करके कुछ ही फासले ते ट्रक नूं रोक लिया ते ड्राइवर नूं हिरासत च लै लिया। जख्मियों विच एक पुलिस अधिकारी भी शामिल है। पुलिस ने दस्सिया कि ट्रक चों बरामद हुए समान तो संकेत मिले ने कि 62 साला ड्राइवर पिछले कई दिनों तो घरों बाहर ही रह रहा सी। न्यूयॉर्क पुलिस विभाग के कमिश्नर की चंद सैवल ने कहा कि मुढ़ले तौर पर अजिहा कोई संकेत नहीं मिलिया है जो इस घटना का संबंध अतवाद नाल जोड़ता होए। व्हाइट हाउस ने कहा कि हाल में 3 आसमान च 3 अणपछातियां वस्तां नूं मिसाइलां नाल सुੱਟਣ तो बाद देश विच एलियन होण दीयां अफवाहां फैल गईयां ने। सरकारी बुलारे ने कहा कि अजिही कोई चीज़ नहीं है अते ना ही एलियन होण दे संकेत मिले ने। अमेरिका की मिशिगन स्टेट यूनीवर्सिटी दे विच सोमवार रात नूं बंदूकधारी ने गोलीबारी कर दी सी, जिस विच 3 व्यक्तियों की मौत हो गई सी अते 5 होर जख्मी हो गए सन। इस दौरान पता लगा कि हमलावार ने गोली मार के खुदकुशी भी कर ली है। इस तो पहला पुलिस ने डरे हुए विद्यार्थी अते होरां नूं लुकण दे लई कहा। यूनीवर्सिटी दे विच सैकड़े पुलिस अधिकारी मशकूक की भाल विच जुट गए सन। पुलिस अनुसार हमलावार छोटे कद दा काला है अते उसदे लाल जुत्ते जैकेट टोपी पाई हुई सी।
ਜਨੇਵਾ ਸਥਿਤ ਵਿਸ਼ਵ ਮੌਸਮ ਵਿਗਿਆਨ ਸੰਗਠਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਭਾਰਤ, ਚਾਈਨਾ, ਬੰਗਲਾਦੇਸ਼ ਅਤੇ ਨੀਦਰਲੈਂਡ ਨੂੰ ਵਿਸ਼ਵ ਪੱਧਰ ਤੇ ਸਮੁੰਦਰੀ ਪੱਧਰ ਦੇ ਵਧਣ ਦੇ ਸਭ ਤੋਂ ਵੱਧ ਜ਼ੋਖਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। WMO ਰਿਪੋਰਟ ਗਲੋਬਲ ਸੀ ਲੈਵਲ ਰਾਈਜ਼ ਐਂਡ ਇੰਪਲੀਕੇਸ਼ਨਸ ਦੱਸਦੀ ਹੈ ਕਿ ਵੱਖ-ਵੱਖ ਮਹਾਂਦੀਪਾਂ ਦੇ ਕਈ ਵੱਡੇ ਸ਼ਹਿਰ ਸਮੁੰਦਰੀ ਪੱਧਰ ਵਧਣ ਕਾਰਨ ਡੁੱਬਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਨੇ। ਇਹਨਾਂ 'ਚ ਸ਼ੰਘਾਈ, ਢਾਕਾ, ਬੈਂਕਾਕ, ਜਕਾਰਤਾ, ਬੰਬਈ, ਮਾਪੂਟੋ, ਕਹਿਰਾ, ਲੰਡਨ, ਨਿਊਯਾਰਕ, ਲਾਸ ਏਂਜਲਸ ਅਤੇ ਹੋਰ ਕਈ ਸ਼ਹਿਰ ਸ਼ਾਮਲ ਨੇ। ਰਿਪੋਰਟ ਵਿੱਚ WMO ਦੇ ਹਵਾਲੇ ਨਾਲ ਕਿਹਾ ਗਿਆ ਹੈ, ਇਹ ਇੱਕ ਵੱਡੀ ਆਰਥਿਕ, ਸਮਾਜਿਕ, ਮਨੁੱਖਤਾਵਾਦੀ ਚੁਣੌਤੀ ਹੈ। ਸਮੁੰਦਰੀ ਪੱਧਰ ਦੇ ਵਧਣ ਨਾਲ ਤੱਟਵਰਤੀ ਖੇਤੀਬਾੜੀ ਜ਼ਮੀਨ ਅਤੇ ਪਾਣੀ ਦੇ ਭੰਡਾਰਾਂ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਮਨੁੱਖੀ ਜੀਵਨ ਅਤੇ ਰੋਜ਼ੀ ਰੋਟੀ ਨੂੰ ਖਤਰਾ ਹੈ। ਔਸਤ ਸਮੁੰਦਰੀ ਪੱਧਰ ਦੇ ਵਾਧੇ ਦੇ ਪ੍ਰਭਾਵਾਂ ਨੂੰ ਤੂਫਾਨ ਦੇ ਵਾਧੇ ਅਤੇ ਸਮੁੰਦਰੀ ਵਿਭਿੰਨਤਾਵਾਂ ਦੁਆਰਾ ਵਧਾਇਆ ਜਾਂਦਾ ਹੈ, ਜਿਵੇਂ ਕਿ ਨਿਊਯਾਰਕ ਵਿੱਚ ਹਰੀਕੇਨ ਸੈਂਡੀ ਅਤੇ ਮੌਜ਼ਬੀਕ ਵਿੱਚ ਚੱਕਰਵਾਤ ਇੰਡੀਆਈ ਦੇ ਲੈਂਡਫਾਲ ਦੌਰਾਨ ਹੋਇਆ ਸੀ। ਅਮਰੀਕਾ, ਬ੍ਰਿਟੇਨ ਦੇ ਖੁਫੀਆ ਪ੍ਰਮੁੱਖਾਂ ਨੇ ਵੱਡਾ ਖੁਲਾਸਾ ਕੀਤਾ। ਪ੍ਰਮੁੱਖਾਂ ਦੇ ਮੁਤਾਬਕ ਚਾਈਨਾ ਨੇ ਪਿਛਲੇ 4 ਸਾਲਾਂ ਵਿੱਚ ਦੁਨੀਆ ਭਰ ਵਿੱਚ ਜਾਸੂਸੀ ਨੂੰ ਲਗਭਗ 7 ਗੁਣਾ ਤੱਕ ਵਧਾ ਦਿੱਤਾ ਹੈ। ਹੁਣ ਮਨੁੱਖੀ ਜਾਸੂਸੀ ਨੂੰ ਘਟਾ ਕੇ ਚਾਈਨਾ ਹੈਕਿੰਗ ਕਰਕੇ ਟੈਕਨੋਲੋਜੀ ਚੋਰੀ ਕਰ ਰਿਹਾ ਹੈ। ਅਮਰੀਕੀ ਖੁਫੀਆ ਏਜੰਸੀ FBI ਦੇ ਡਾਇਰੈਕਟਰ ਕ੍ਰਿਸਟੋਫਰ ਵੇ ਅਤੇ ਬ੍ਰਿਟਿਸ਼ ਖੁਫੀਆ ਏਜੰਸੀ MI5 ਦੇ ਡਾਇਰੈਕਟਰ ਜਨਰਲ ਕੇਨ ਮੈਕਲਮ ਨੇ ਪਹਿਲੀ ਵਾਰ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ। ਖੁਲਾਸੇ 'ਚ ਦੱਸਿਆ ਗਿਆ ਹੈ ਕਿ ਟੈਕਨੋਲੋਜੀ ਹੈਕਿੰਗ ਚੀਨ ਦਾ ਵੱਡਾ ਹਥਿਆਰ ਬਣ ਗਈ ਹੈ। ਅਮਰੀਕੀ ਲੜਾਕੂ ਜਹਾਜ਼ ਨੇ 10 ਦਿਨ ਵਿੱਚ 4 ਸ਼ੱਕੀ ਵਸਤੂਆਂ ਨੂੰ ਢੇਰ ਕੀਤੀ UFO ਵਿੱਚ ਇੱਕ ਵਿਸ਼ਾਲ ਚੀਨੀ ਗੁਬਾਰਾ ਵੀ ਸ਼ਾਮਲ ਹੈ। ਗੁਬਾਰੇ ਦੀਆਂ ਪਰਤਾਂ ਖੁੱਲਣ ਦੇ ਨਾਲ ਹੀ ਚਾਈਨਾ ਦੇ ਵੱਡੇ ਪੱਧਰ ਤੇ ਵੀ ਜਾਸੂਸੀ ਪ੍ਰੋਗਰਾਮ ਦੀ ਵੀ ਪੋਲ ਖੁੱਲਦੀ ਜਾ ਰਹੀ ਹੈ। ਚਾਈਨਾ ਦੇ ਗੁਬਾਰੇ ਜਾਸੂਸੀ ਪ੍ਰੋਗਰਾਮ ਦੇ ਪਿੱਛੇ ਐਰੋਨੌਟਿਕਸ ਇੰਜੀਨੀਅਰ ਪ੍ਰੋਫੈਸਰ ਯੂਏ ਦਾ ਹੱਥ ਹੈ। ਦਾਅਵਾ ਹੈ ਕਿ 6 ਦੀ ਅਗਵਾਈ ਵਿੱਚ ਲਗਭਗ 4 ਸਾਲ ਪਹਿਲਾਂ ਅਮਰੀਕੀ ਹਵਾਈ ਖੇਤਰ 'ਚ ਵੱਧ ਉਚਾਈ ਤੱਕ ਗੁਬਾਰੇ UFO ਭੇਜੇ ਗਏ। ਪ੍ਰੋਫੈਸਰ ਚੇ ਪ੍ਰੋਗਰਾਮ ਨੂੰ ਲੈ ਕੇ ਇੰਨੇ ਉਤਸ਼ਾਹਿਤ ਨੇ ਕਿ ਉਹਨਾਂ ਨੇ ਇਸ ਮਿਸ਼ਨ ਦਾ ਨਾਮ ਕਲਾਊਡ ਚੇਜ਼ਰ ਰੱਖ ਦਿੱਤਾ। 2019 ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਕਲਾਊਡ ਚੇਜ਼ਰ ਨਾਮ ਦੇ ਹਵਾਈ ਉਪਕਰਣ ਨੂੰ ਦੁਨੀਆ ਭਰ ਦੇ ਚੱਕਰ ਲਗਾਉਣ ਦੇ ਲਈ ਭੇਜਿਆ ਸੀ। ਉਦੋਂ ਉਹ 65,000 ਫੁੱਟ ਦੀ ਉਚਾਈ ਤੇ ਅਮਰੀਕਾ ਦੇ ਉੱਪਰੋਂ ਵੀ ਲੰਘਿਆ ਸੀ। ਅਮਰੀਕਾ ਵਿੱਚ ਪਿਛਲੇ 4 ਸਾਲਾਂ ਦੇ ਦੌਰਾਨ ਚਾਈਨਾ ਦੇ ਹੈਕਰਾਂ ਨੇ 7,000 ਤੋਂ ਵੱਧ ਸਾਈਬਰ ਹਮਲੇ ਕੀਤੇ ਨੇ। ਇਸ ਵਿੱਚ ਅਰਬਾਂ ਡਾਲਰਾਂ ਦਾ ਗਬਨ ਵੀ ਕੀਤਾ ਗਿਆ। MI5 ਦੇ ਮੁਤਾਬਕ ਚਾਈਨਾ ਨੇ ਕੋਰੋਨਾ ਦੌਰਾਨ ਆਪਣੀਆਂ ਖੁਫੀਆ ਏਜੰਸੀਆਂ ਨੂੰ ਜ਼ਿਆਦਾ ਸਰਗਰਮ ਕਰ ਦਿੱਤਾ ਸੀ। ਇੱਕ ਰਿਪੋਰਟ ਦੇ ਮੁਤਾਬਕ ਬ੍ਰਿਟੇਨ ਵਿੱਚ ਕੋਰੋਨਾ ਦੌਰ ਦੌਰਾਨ ਚੀਨੀ ਹੈਕਰਾਂ ਨੇ ਵੈਕਸੀਨ ਤਕਨੀਕ ਚੋਰੀ ਕਰਨ ਦੀਆਂ 5,000 ਤੋਂ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ। ਇਸ ਨਾਲ ਨਜਿੱਠਣ ਦੇ ਲਈ ਬ੍ਰਿਟੇਨ ਨੇ 2,000 ਕਰੋੜ ਦੀ ਲਾਗਤ ਦੇ ਨਾਲ ਆਪਣੀ ਅਧਿਕਾਰਤ ਵੈਬਸਾਈਟ ਨੂੰ ਫਾਇਰਵਾਲ ਤੋਂ ਬਚਾਉਣ ਦੇ ਲਈ ਅਪਗ੍ਰੇਡ ਕੀਤਾ। ਚਾਈਨਾ ਦੇ ਇਸ ਆਰਥਿਕ ਸਾਈਬਰ ਹੈਕਿੰਗ ਵਿੱਚ ਰੂਸ, ਉੱਤਰੀ ਕੋਰੀਆ, ਬੈਲਾਰੂਸ ਅਤੇ ਸੀਰੀਆ ਮਦਦ ਕਰਦੇ ਨੇ। ਰੂਸੀ ਖੁਫੀਆ ਏਜੰਸੀ FSB ਨੇ ਚਾਈਨਾ ਦੇ ਨਾਲ ਮਿਲ ਕੇ ਇੱਕ ਵੱਖਰਾ ਸਾਈਬਰ ਹੈਕਿੰਗ ਨੈਟਵਰਕ ਬਣਾਇਆ ਹੈ। ਪੱਛਮੀ ਦੇਸ਼ਾਂ ਦਾ ਸਾਈਬਰ ਨੈਟਵਰਕ ਇਸ ਨੂੰ ਵੱਖਰਾ ਨਹੀਂ ਕਰ ਸਕਦਾ। FBI ਅਤੇ MI5 ਦੀਆਂ ਰਿਪੋਰਟਾਂ ਦੇ ਮੁਤਾਬਕ ਚਾਈਨਾ ਸਾਈਬਰ ਹਮਲਿਆਂ ਲਈ ਆਪਣੇ ਸੈਟੇਲਾਈਟ ਨੈਟਵਰਕ ਦੀ ਵਰਤੋਂ ਕਰਦਾ ਹੈ। ਇੱਕ ਗੁਪਤ ਸੰਚਾਰ ਚਾਈਨਾ ਦੀ ਸਰਕਾਰ ਨਾਲ ਹੈ। ਚਾਈਨਾ ਦੇ ਸਾਈਬਰ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਅਮਰੀਕਾ ਅਤੇ ਬ੍ਰਿਟੇਨ ਨੇ ਮਿਸ਼ਨ 2025 ਬਣਾਇਆ ਹੈ। ਇਸ ਤਹਿਤ 25 ਦੇਸ਼ਾਂ ਦਾ ਕੋਰ ਗਰੁੱਪ ਬਣਿਆ ਹੋਇਆ ਹੈ ਜੋ ਇੱਕ ਦੂਜੇ ਦੇ ਨਾਲ ਜਾਣਕਾਰੀ ਸਾਂਝੇ ਕਰਦੇ ਨੇ। ਕੈਨੇਡਾ ਵਿੱਚ ਇੱਕ ਹਿੰਦੂ ਮੰਦਿਰ ਦੀ ਕੰਧ ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਲਿਖੇ ਜਾਣ ਦੀ ਸਖਤ ਨਿੰਦਾ ਕਰਦੇ ਹੋਏ ਭਾਰਤ ਨੇ ਬੁੱਧਵਾਰ ਨੂੰ ਦੇਸ਼ ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਹੈ। ਦੱਸ ਦਈਏ ਕਿ ਮਿਸੀਸਾਗਾ ਸ਼ਹਿਰ 'ਚ ਰਾਮ ਮੰਦਿਰ ਦੀ ਕੰਧ ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਨੇ, ਜਿਸ ਨਾਲ ਸਮੁੱਚੇ ਭਾਰਤੀ ਭਾਈਚਾਰੇ ਦੇ ਵਿੱਚ ਸਦਮੇ ਦੀ ਲਹਿਰ ਫੈਲ ਗਈ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਬੁੱਧਵਾਰ ਨੂੰ ਤੜਕੇ ਟਵੀਟ ਕੀਤਾ, ਅਸੀਂ ਮਿਸੀਸਾਗਾ ਵਿੱਚ ਰਾਮ ਮੰਦਿਰ ਦੀ ਕੰਧ ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਘਟਨਾ ਤੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਤਿੱਖੀ ਪ੍ਰਤੀਕਿਰਿਆ ਵੀ ਆਈ ਹੈ, ਜਿਨ੍ਹਾਂ ਨੇ ਕਿਹਾ ਕਿ ਕੈਨੇਡਾ 'ਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਮੇਅਰ ਬਰਾਊਨ ਨੇ ਬੁੱਧਵਾਰ ਨੂੰ ਟਵੀਟ ਕੀਤਾ, ਮਿਸੀਸਾਗਾ ਵਿੱਚ ਰਾਮ ਮੰਦਿਰ ਦੀ ਕੰਧ ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਬਾਰੇ ਸੁਣ ਕੇ ਮੈਂ ਦੁਖੀ ਹਾਂ। ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਮੰਦਿਰ ਦੇ ਪਿਛਲੇ ਪਾਸੇ ਦੀਵਾਰਾਂ ਨੂੰ ਸਪਰੇਅ ਪੇਂਟ ਕੀਤਾ। ਪੀਲ ਖੇਤਰ ਵਿੱਚ ਇਸ ਕਿਸਮ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਪੀਲ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰੱਪਾ
ਇਸ ਸੰਭਾਵੀ ਨਫ਼ਰਤੀ ਅਪਰਾਧ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ। 12 ਡਿਵੀਜ਼ਨ ਨੇ ਜਾਂਚ ਕੀਤੀ ਹੈ ਅਤੇ ਉਹ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣਗੇ। ਕੈਨੇਡਾ ਵਿੱਚ ਧਾਰਮਿਕ ਆਜ਼ਾਦੀ ਇੱਕ ਚਾਰਟਰ ਅਧਿਕਾਰ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਹਰ ਕੋਈ ਆਪਣੇ ਪੂਜਾ ਸਥਾਨ ਤੇ ਸੁਰੱਖਿਅਤ ਰਹੇ। ਦੱਸ ਦਈਏ ਕਿ 2023 ਦੀ ਸ਼ੁਰੂਆਤ ਤੋਂ ਕੈਨੇਡਾ ਭਰ ਤੇ ਹਿੰਦੂ ਮੰਦਿਰਾਂ ਤੇ ਹਮਲਿਆਂ ਦੀ ਇੱਕ ਲੜੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਭੰਨ ਤੋੜ, ਘਿਨੌਣੀ, ਗ੍ਰੈਫਿਟੀ ਅਤੇ ਚੋਰੀ ਦੀਆਂ ਅੱਧ ਦਰਜਨ ਘਟਨਾਵਾਂ ਸ਼ਾਮਲ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪਿਛਲੇ ਹਫ਼ਤੇ ਇਸੇ ਮੰਦਿਰ ਵਿੱਚ ਇੱਕ ਅਸਫਲ ਚੋਰੀ ਦੀ ਕੋਸ਼ਿਸ਼ ਵੀ ਹੋਈ। ਸੁਰੱਖਿਆ ਅਲਾਰਮ ਵੱਜਣ ਤੋਂ ਬਾਅਦ ਚੋਰ ਕਥਿਤ ਤੌਰ ਤੇ ਫਰਾਰ ਹੋ ਗਏ। ਕੈਨੇਡਾ ਦੀਆਂ ਸੂਬਾ ਸਰਕਾਰਾਂ ਨੇ ਹੈਲਥ ਕੇਅਰ ਸੰਕਟ ਦੇ ਨਾਲ ਨਜਿੱਠਣ ਦੇ ਲਈ ਫੈਡਰਲ ਸਰਕਾਰ ਵੱਲੋਂ ਕੀਤੀ ਆਰਥਿਕ ਸਹਾਇਤਾ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਹੈ। ਸੋਮਵਾਰ ਨੂੰ ਪ੍ਰੀਮੀਅਰਜ਼ ਨੇ ਆਪਸੀ ਮੁਲਾਕਾਤ ਦੇ ਦੌਰਾਨ 46.2 ਅਰਬ ਡਾਲਰ ਦੀ ਵਾਧੂ ਫੰਡਿੰਗ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਹਾਮੀ ਭਰਨ ਦਾ ਫੈਸਲਾ ਲਿਆ। ਵੈਨਕੂਵਰ ਪੁਲਿਸ ਵਿੱਚ ਪੰਜਾਬੀ ਮੂਲ ਦੇ ਅਫਸਰ ਜ਼ੈਰਡ ਸਿੱਧੂ ਨੂੰ ਇੱਕ ਨੌਜਵਾਨ ਤੇ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਫਰਵਰੀ 2018 ਦੀ ਵਾਰਦਾਤ ਦੇ ਦੌਰਾਨ 22 ਸਾਲ ਦੇ ਇੱਕ ਕਾਲੇ ਨੂੰ ਲਾਲ ਬੱਤੀ ਦੇ ਬਾਵਜੂਦ ਸੜਕ ਪਾਰ ਕਰਨ ਤੋਂ ਰੋਕਿਆ ਗਿਆ ਅਤੇ ਗ੍ਰਿਫਤਾਰੀ ਦੌਰਾਨ ਖਿੱਚਤੂ ਹੋ ਗਈ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਗੈਸ ਲੀਕ ਹੋਣ ਕਾਰਨ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਕਈ ਘਰ ਨੁਕਸਾਨੇ ਗਏ ਅਤੇ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਯੂਕਰੇਨ ਯੁੱਧ ਵਿੱਚ ਲੜਨ ਤੋਂ ਇਨਕਾਰ ਕਰਨ ਵਾਲੇ ਇੱਕ ਰੂਸੀ ਸੈਨਿਕ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਹੈ। ਵਾਗਨਰ ਗਰੁੱਪ ਦੇ ਇੱਕ ਸਿਪਾਹੀ ਜੋ ਹਾਲ ਹੀ ਵਿੱਚ ਯੂਕਰੇਨ ਤੋਂ ਪਰਤਿਆ ਸੀ, ਉਸ ਦਾ ਸਿਰ ਹਥੌੜੇ ਨਾਲ ਕਲਮ ਕਰ ਦਿੱਤਾ ਗਿਆ। ਉਹ ਯੂਕਰੇਨ ਵੱਲੋਂ ਰਿਹਾ ਕੀਤੇ ਗਏ 63 ਰੂਸੀ ਸੈਨਿਕਾਂ 'ਚ ਸ਼ਾਮਲ ਸੀ। ਉਸ ਦਾ ਨਾਮ ਦਮਿਤਰੀ ਸੀ ਅਤੇ ਉਹ ਰੂਸ ਦੀ ਤਰਫੋਂ ਜੰਗ ਵਿੱਚ ਸ਼ਾਮਲ ਨਿੱਜੀ ਵੈਗਨਰ ਫੌਜ ਦਾ ਮੈਂਬਰ ਸੀ। ਯੂਸ਼ੈਂਕੋ ਤੇ ਦੋਸ਼ ਸਨ ਕਿ ਉਹ ਜਾਣਬੁੱਝ ਕੇ ਯੁੱਧ ਛੱਡ ਕੇ ਯੂਕਰੇਨ ਭੱਜ ਗਿਆ। ਉਸਨੇ ਕਿਹਾ ਸੀਗਾ ਕਿ ਜੰਗ ਦੇ ਮੈਦਾਨ ਵਿੱਚ ਲੜਦਿਆਂ ਮੈਨੂੰ ਅਹਿਸਾਸ ਹੋਇਆ ਕਿ ਇਹ ਲੜਾਈ ਮੇਰੀ ਨਹੀਂ ਹੈ। ਰੂਸ ਅਤੇ ਯੂਕਰੇਨ ਨੇ 4 ਫਰਵਰੀ ਨੂੰ ਯੁੱਧ ਦੌਰਾਨ ਫੜੇ ਗਏ ਸੈਨਿਕਾਂ ਦੀ ਅਦਲਾ ਬਦਲੀ ਕੀਤੀ ਸੀ। ਇਸ ਤੋਂ ਬਾਅਦ ਯੂਸ਼ੈਂਕੋ ਨੂੰ ਬੇਰਹਿਮੀ ਨਾਲ ਹਥੌੜੇ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਕੱਲਾ ਯੂਸ਼ੈਂਕੋ ਹੀ ਨਹੀਂ ਮਾਰਿਆ ਗਿਆ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸੈਨਿਕ ਜੋ ਯੁੱਧ ਛੱਡ ਕੇ ਭੱਜੇ ਸਨ, ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਨੇ ਖਤਰਨਾਕ ਤਬਾਹੀ ਮਚਾਈ ਹੈ। ਇਹਨਾਂ ਦੋਵਾਂ ਦੇਸ਼ਾਂ ਵਿੱਚ ਹੁਣ ਤੱਕ 36,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਤੁਰਕੀ ਦੇ ਨਾਲ 2 ਹੋਰ ਸਰਹੱਦੀ ਲਾਂਘੇ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਸੰਯੁਕਤ ਰਾਸ਼ਟਰ ਭੂਚਾਲ ਨਾਲ ਸੰਬੰਧਿਤ ਰਾਹਤ ਸਮੱਗਰੀ ਸੀਰੀਆ ਭੇਜ ਸਕੇਗਾ। ਦੇਸ਼ ਵਾਸੀਆਂ ਦੀ ਮਦਦ ਦੇ ਲਈ ਇਹ ਸਰਹੱਦਾਂ ਅਗਲੇ 3 ਮਹੀਨਿਆਂ ਤੱਕ ਖੁੱਲ੍ਹੀਆਂ ਰਹਿਣਗੀਆਂ। ਸੀਰੀਆ ਵਿੱਚ 2011 'ਚ ਸ਼ੁਰੂ ਹੋਏ ਘਰੇਲੂ ਯੁੱਧ ਤੋਂ ਬਾਅਦ ਇਹ ਸਰਹੱਦਾਂ ਪਹਿਲੀ ਵਾਰ ਖੋਲ੍ਹੀਆਂ ਗਈਆਂ ਨੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਪੂਰੀ ਦੁਨੀਆ ਉੱਤਰ ਪੱਛਮੀ ਸੀਰੀਆ 'ਚ ਤਰਾਸਦੀ ਤੋਂ ਲੋਕਾਂ ਦੀ ਮਦਦ ਕਰਨ 'ਚ ਅਸਫਲ ਰਹੀ ਹੈ। ਇਹ ਇਲਾਕਾ ਬਾਗੀਆਂ ਦੇ ਕਬਜ਼ੇ 'ਚ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਸੀਰੀਆ 'ਚ 5.3 ਮਿਲੀਅਨ ਲੋਕ ਬੇਘਰ ਹੋ ਸਕਦੇ ਨੇ। ਦੋਵਾਂ ਦੇਸ਼ਾਂ ਦੇ 9 ਲੱਖ ਲੋਕਾਂ ਨੂੰ ਤੁਰੰਤ ਗਰਮ ਭੋਜਨ ਦੀ ਲੋੜ ਹੈ। ਇਸ ਦੇ ਨਾਲ ਹੀ ਤੁਰਕੀ ਦੇ ਇੱਕ ਵਪਾਰਕ ਸਮੂਹ ਮੁਤਾਬਕ ਇਸ ਦੁਖਾਂਤ ਨਾਲ ਦੇਸ਼ ਨੂੰ 84 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਤੁਰਕੀ ਅਤੇ ਸੀਰੀਆ ਵਿੱਚ ਪਿਛਲੇ ਦਿਨੀ ਆਏ ਵਿਨਾਸ਼ਕਾਰੀ 7.8 ਤੀਬਰਤਾ ਵਾਲੇ ਭੂਚਾਲ ਦੇ 212 ਘੰਟੇ ਬਾਅਦ ਮੰਗਲਵਾਰ 14 ਫਰਵਰੀ ਨੂੰ ਬਚਾਅ ਕਰਮਚਾਰੀਆਂ ਨੇ ਮਲਬੇ 'ਚੋਂ ਇੱਕ 77 ਸਾਲਾ ਵਿਅਕਤੀ ਨੂੰ ਜ਼ਿੰਦਾ ਬਚਾਇਆ। ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 41,000 ਤੋਂ ਪਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਸਹਾਇਤਾ ਯਤਨਾਂ ਦਾ ਧਿਆਨ ਉਹਨਾਂ ਲੋਕਾਂ ਦੀ ਮਦਦ ਕਰਨ ਵੱਲ ਤਬਦੀਲ ਹੋ ਗਿਆ ਜੋ ਹੁਣ ਆਸਰਾ ਘਰਾਂ ਜਾਂ ਕੜਾਕੇ ਦੀ ਠੰਡ ਵਿੱਚ ਲੋੜੀਂਦੇ ਭੋਜਨ ਦੀ ਘਾਟ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਪਰ ਭੂਚਾਲ ਦੇ 1 ਹਫ਼ਤੇ ਬਾਅਦ ਵੀ ਬਚਾਅ ਕਰਮਚਾਰੀ ਮਲਬੇ ਹੇਠੋਂ ਬਚੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਭੂਚਾਲ ਨੇ ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕੜਾਕੇ ਦੀ ਠੰਡ ਵਿੱਚ ਲੋਕ ਬੇਘਰ ਹੋ ਗਏ ਨੇ। ਜ਼ਿਕਰਯੋਗ ਹੈ ਕਿ ਸੋਮਵਾਰ ਯਾਨੀ 13 ਫਰਵਰੀ ਨੂੰ ਤੁਰਕੀ 'ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸੀਗੇ ਕਿ ਭਾਰਤੀ ਫੌਜ ਦੇ ਹਸਪਤਾਲ ਵਿੱਚ ਵੀ ਤਰੇੜਾਂ ਆ ਗਈਆਂ। ਕੁਝ ਹੋਰ ਥਾਵਾਂ ਤੇ ਵੀ ਨੁਕਸਾਨ ਦੀ ਖਬਰ ਹੈ। ਇਸ ਸਮੇਂ ਸਾਵਧਾਨੀ ਵਰਤਦਿਆਂ ਭਾਰਤੀ ਫੌਜ ਦੇ ਜਵਾਨ ਵੀ ਇਮਾਰਤਾਂ ਦੇ ਬਜਾਏ ਟੈਂਟਾਂ 'ਚ ਰਹਿ ਰਹੇ ਨੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਸੀ। ਜ਼ਮੀਨ ਤੇ ਬਚਾਅ ਕਾਰਜ ਜਾਰੀ ਨੇ ਤੇ ਲਾਸ਼ਾਂ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ। ਭਾਰਤ ਨੇ ਇਸ ਬਚਾਅ ਮਿਸ਼ਨ ਵਿੱਚ ਤੁਰਕੀ ਦੀ ਬਹੁਤ ਮਦਦ ਕੀਤੀ ਹੈ।
ਤੁਰਕੀ 'ਚ ਪਿਛਲੇ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ 3 ਸੂਬਿਆਂ 'ਚ ਮਲਬੇ 'ਚ ਦੱਬੇ ਲੋਕਾਂ ਤੱਕ ਪਹੁੰਚਣ ਦੇ ਲਈ ਬਚਾਅ ਕਰਮੀ ਅੱਜ ਵੀ ਕੰਮ 'ਚ ਲੱਗੇ ਨੇ। ਦੱਖਣੀ ਪੂਰਬੀ ਤੁਰਕੀ ਵਿੱਚ ਉੱਤਰੀ ਸੀਰੀਆ 'ਚ 6 ਫਰਵਰੀ ਨੂੰ 9 ਘੰਟੇ ਦੇ ਵਕਫੇ ਮਗਰੋਂ ਆਏ 7.8 ਅਤੇ 7.5 ਤੀਬਰਤਾ ਦੇ ਭੂਚਾਲ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 36,000 ਨੂੰ ਟੱਪ ਗਈ ਹੈ ਅਤੇ ਖੋਜੀ ਟੀਮਾਂ ਨੂੰ ਹੋਰ ਲਾਸ਼ਾਂ ਮਿਲਣ ਕਾਰਨ ਇਸ ਗਿਣਤੀ ਦਾ ਵਧਣਾ ਤੈਅ। ਆਦਿਆਮਨ ਸੂਬੇ ਦੇ ਵਿੱਚ ਬਚਾਅ ਕਰਮੀ 18 ਸਾਲਾ ਮੁਹੰਮਦ ਕੈਫਰ ਸੈਟਨ ਨਾਮੀ ਵਿਅਕਤੀ ਤੱਕ ਪਹੁੰਚੇ ਅਤੇ ਇੱਕ ਇਮਾਰਤ 'ਚੋਂ ਖਤਰਨਾਕ ਨਿਕਾਸੀ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਡਾਕਟਰਾਂ ਨੇ ਉਸ ਨੂੰ ਤਰਲ ਪਦਾਰਥ ਦਿੱਤਾ। ਮੈਡੀਕਲ ਮੁਲਾਜ਼ਮਾਂ ਨੇ ਗਰਦਨ ਵਿੱਚ ਬ੍ਰੇਸ ਲਗਾਉਣ ਦੇ ਲਈ ਉਸ ਨੂੰ ਘੇਰ ਲਿਆ ਤੇ ਉਸ ਨੂੰ ਆਕਸੀਜਨ ਮਾਸਕ ਦੇ ਨਾਲ-ਨਾਲ ਸਟ੍ਰੈਚਰ ਤੇ ਲਟਾਇਆ ਗਿਆ ਤੇ ਇਸ ਤਰ੍ਹਾਂ 199 ਘੰਟੇ 'ਚ ਉਸਨੇ ਦਿਨ ਦੀ ਰੌਸ਼ਨੀ ਦੇਖੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਨੀਸ਼ਾ ਗੁਲਾਟੀ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹਾਈ ਕੋਰਟ ਦੇ ਫੈਸਲੇ ਦੇ ਮੁਤਾਬਕ ਮਨੀਸ਼ਾ ਗੁਲਾਟੀ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੇ ਬਣੇ ਰਹਿਣਗੇ। ਇਸ ਬਾਰੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਮਨੀਸ਼ਾ ਗੁਲਾਟੀ ਦਾ ਕਾਰਜਕਾਲ ਖਤਮ ਹੋਣ ਦੇ 6 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਕਮਿਸ਼ਨ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਫੈਸਲੇ ਨੂੰ ਮਨੀਸ਼ਾ ਗੁਲਾਟੀ ਵੱਲੋਂ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਮਨੀਸ਼ਾ ਗੁਲਾਟੀ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।